अस्सलाम वालेकुम दोस्तों की हाल है। ਅੱਜ ਦੂਸਰੇ ਦਿਨ ਦਾ ਵਲੌਗ ਬਣਾ ਰਿਹਾ ਮੈਂ ਆਪਣੀ ਫੂਡ ਡਿਲੀਵਰੀ ਦੀ ਜੌਬ ਜਿਹੜੀ ਮੈਂ ਜਾਪਾਨ ਦੇ ਵਿੱਚ ਕਰਨਾ ਵਾ ਤੇ ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਣਗੀਆਂ ਤੇ ਮੈਂ ਮਜ਼ੀਦ ਵੀਡੀਓਜ਼ ਬਣਾਵਾਂ ਕਰਾਂਗਾ। ਮੈਨੂੰ ਇੰਨੀ ਕੋਈ ਖਾਸ ਜਾਂਚ ਨਹੀਂ ਹੈ। ਕੋਸ਼ਿਸ਼ ਕਰਨਾ ਵਾ ਇਹ ਚੀਜ਼ਾਂ ਸਿੱਖਣ ਦੀ ਨਾ। ਲੋ ਜੀ ਇਹ ਆਰਡਰ ਮੈਂ ਘਰੋਂ ਬਹੁਤ ਦੂਰ ਸਾਂ ਤੇ ਮੇਰੇ ਘਰ ਦੇ ਕੋਲ ਦਾ ਆਰਡਰ ਆ ਗਿਆ। ਇਹ ਨਾ ਸਮੁੰਦਰ ਕ੍ਰਾਸ ਕਰਕੇ ਬਲਕਿ ਦਰਿਆ ਕ੍ਰਾਸ ਕਰਕੇ ਤੇ ਮੈਂ ਇਸ ਪਾਸੇ ਆਇਆ ਹੋਇਆ ਸਾਂ ਕੰਮ ਕਰਦਾ ਲੇਕਿਨ ਮੈਨੂੰ ਵਾਪਸ ਘਰ ਲੈ ਗਿਆ। ਚਲੋ ਅੱਛਾ ਹੋ ਗਿਆ। ਲੋਕੇਸ਼ਨ ਲਾ ਦਿੱਤੀ। ਬਿਸਮਿਲ੍ਲਾ ਕਰੀਏ ਇਹਨੂੰ। ਇਹ ਮੇਰੇ ਹੈਲਮਟ ਦੇ ਉੱਤੇ ਇੱਕ ਬਾਈ ਕਹਿ ਰਿਹਾ ਸੀ ਕਿ ਹੈਲਮਟ 'ਤੇ ਸੈਟਅਪ ਦੱਸੋ। ਕੋਈ ਖਾਸ ਸੈਟਅਪ ਨਹੀਂ ਹੈ। ਇਹ ਇੱਕ ਚੀਜ਼ ਲਾਈ ਹੋਈ ਹੈ ਮੈਂ ਇਹਦੇ ਉੱਤੇ ਮੈਗਨੈਟਿਕਲੀ ਅਟੈਚ ਹੋ ਜਾਏਗਾ ਮੇਰਾ ਕੈਮਰਾ ਅਤੇ ਫਿਰ ਅੱਗੋਂ ਬੜਾ ਅੱਛਾ ਵਿਊ ਜਿਹੜਾ ਕੈਪਚਰ ਹੋਏਗਾ। ਹੈਲਮਟ ਦੇ ਉੱਤੇ ਕੈਮਰਾ ਲਾ ਕੇ ਵੀਡੀਓ ਬਣਾਉਣ ਦਾ ਆਪਣਾ ਹੀ ਮਜ਼ਾ ਹੈ। ਚਲੋ ਪਹਿਲੇ ਮੈਂ ਇਸ ਮਾਈਕ ਨੂੰ ਕਿਧਰੇ ਐਡਜਸਟ ਕਰ ਲਵਾਂ। ਚਲੋ ਜੀ ਬਿਸਮਿਲ੍ਲਾ ਬਾਈਕ ਕਰੀਏ ਸਟਾਰਟ। ਆਰਡਰ ਦਿੱਤਾ ਸੀ ਇਸ ਗਲੀ ਦੇ ਵਿੱਚ ਤੇ ਮੈਂ ਇੱਥੇ ਹੀ ਖੜਾ ਹੋ ਗਿਆ ਸਾਂ। ਮੈਂ ਕਿਹਾ ਹੁਣ ਅਗਲਾ ਆਰਡਰ ਆਏਗਾ ਤੇ ਫਿਰ ਨਿਕਲਨੇ ਆ। ਇਹ ਬਹੁਤ ਹੀ ਨਾ ਤੰਗ ਏਰੀਆ ਹੈ। ਵੇਖ ਰਹੇ ਟੀਚਰ ਵੀ ਨਾਲ ਹੈ ਬੱਚਿਆਂ ਦੇ। ਚਲੋ ਚਲੋ ਕਿੰਨੀਆਂ ਸਾਫ ਸੁਥਰੀਆਂ ਬੱਸਾਂ ਹੁੰਦੀਆਂ ਨੇ। ਇੰਝ ਲੱਗਦਾ ਜਿਵੇਂ ਹਾਲੇ ਨਵੀਂ ਬੱਸ ਸ਼ੋਰੂਮ ਤੋਂ ਨਿਕਲ ਕੇ ਆਈ ਹੈ। ਹਾਲਾਂਕਿ ਇਹ ਕਿੰਨੇ ਸਾਲ ਪੁਰਾਣੀ ਹੋਣੀ ਹੈ। ਪਤਾ ਨਹੀਂ ਕਿਹੜੇ ਕਿਹੜੇ ਫੀਚਰ ਨੇ ਇਹਨਾਂ 'ਚ, ਕਿਹੜੇ ਕਿਹੜੇ ਕਮਾਲ ਬੱਸਾਂ ਨੇ। ਮੈਂ ਅਕਸਰ ਟੋਕੀਓ ਜਾਂਦਾ ਵਾਂ ਕਦੀ ਕਦੀ ਬੱਸ ਦੇ ਉੱਤੇ ਨਾ ਕੋਈ ਕੰਮ ਹੋਵੇ ਤੇ। ਅੱਗੇ ਟਰਾਲਾ ਖਲੋਤੇ ਹੈ। ਕਿੰਨੀਆਂ ਗੱਡੀਆਂ ਨੇ 1 2 3 4 5 6 ਗੱਡੀਆਂ ਵਾਲਾ ਟਰਾਲਾ। 6 ਗੱਡੀਆਂ ਲੱਦੀਆਂ ਨੇ। ਉਹ ਉੱਤੇ ਪਾਕਿਸਤਾਨੀਆਂ ਦੀ ਫੇਵਰੇਟ ਗੱਡੀ ਟੋਯੋਟਾ ਰੇਸ। ਟੋਯੋਟਾ ਰੇਸ ਕਿਸਕੋ ਚਾਹੀਏ ਯਾਰ। ਪਾਕਿਸਤਾਨ ਗੱਡੀਆਂ ਜਾਣਾ ਨਾ ਬੜਾ ਮੁਸ਼ਕਿਲ ਹੋ ਚੁੱਕੀਆਂ ਨੇ ਫਿਲਹਾਲ। ਕੋਈ ਪੋਲਿਸੀਜ਼ ਦਾ ਪਤਾ ਨਹੀਂ ਚੱਲ ਰਿਹਾ। ਬਹੁਤ ਲੋਕ ਪੁੱਛਦੇ ਨੇ ਗੱਡੀਆਂ ਦੇ ਬਾਰੇ 'ਚ ਨਾ। ਕੀ ਕਰੀਏ। ਜਾਪਾਨ ਦੇ ਵਿੱਚ ਟਰੱਕ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ। ਇਸੇ ਵਜ੍ਹਾ ਤੋਂ ਤਾਂ ਇੱਥੇ ਟਰੱਕ ਦੀਆਂ ਜੌਬਸ ਨੇ ਬਹੁਤ ਜ਼ਿਆਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਾਪਾਨ ਨੂੰ ਬੇਤਹਾਸ਼ਾ ਡਰਾਈਵਰ ਚਾਹੀਦੇ ਨੇ। ਲੇਕਿਨ ਇਹਨਾਂ ਨੂੰ ਅਨਪੜ੍ਹ, ਜਿਨ੍ਹਾਂ ਨੂੰ ਜਾਪਾਨੀ ਵੀ ਨਹੀਂ ਆਉਂਦੀ, ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਹੈ, ਉਹ ਡਰਾਈਵਰ ਨਹੀਂ ਚਾਹੀਦੇ। ਬਗੈਰ ਲਾਇਸੈਂਸ ਤੋਂ ਪਾਕਿਸਤਾਨ 'ਚ ਹੀ ਤੁਸੀਂ ਡਰਾਈਵਿੰਗ ਕਰ ਸਕਦੇ ਹੋ, ਇੱਥੇ ਨਹੀਂ। ਇਸ ਵਜ੍ਹਾ ਤੋਂ ਥੋੜ੍ਹੀ ਜਿਹੀ ਤੁਹਾਨੂੰ ਜਾਪਾਨੀ ਜ਼ਬਾਨ ਸਿੱਖਣੀ ਪੈਣੀ ਹੈ। ਅੱਛਾ ਇੱਕ ਬੜੀ ਅਹਿਮ ਚੀਜ਼ ਹੈ, ਬਹੁਤ ਲੋਕ ਪੁੱਛਦੇ ਵੀ ਨੇ ਕਿ ਟਰੱਕ ਦੀਆਂ ਡਰਾਈਵਿੰਗ ਦੀ ਜੌਬਸ ਖੁੱਲ੍ਹੀਆਂ ਨੇ ਅਤੇ ਅਸੀਂ ਕਿਸ ਤਰ੍ਹਾਂ ਆ ਸਕਦੇ ਹਾਂ। ਜਿਹੜੇ ਬੰਦੇ ਟਰੱਕ ਡਰਾਈਵਿੰਗ ਦੀ ਜੌਬ 'ਚ ਜਾਪਾਨ ਦੇ ਵਿੱਚ ਆਉਣਾ ਚਾਹੁੰਦੇ ਨੇ ਉਹ ਇੱਕ ਗੱਲ ਜ਼ਿਹਨ 'ਚ ਰੱਖ ਲੈਣ ਕਿ ਉਹਨਾਂ ਨੂੰ ਬੇਸਿਕ ਜਾਪਾਨੀ ਸਿੱਖਣੀ ਪੈਣੀ ਹੈ। ਉਹ ਹੁਣ ਤੁਸੀਂ ਕਿੱਧਰੋਂ ਸਿੱਖੋ, ਕਿਸ ਤਰ੍ਹਾਂ ਸਿੱਖੋ, ਉਹ ਮੁਖਤਲਿਫ ਇਦਾਰੇ, ਮੁਖਤਲਿਫ ਸਕੂਲ ਮੌਜੂਦ ਨੇ। ਠੀਕ ਹੈ। ਅਗਰ ਤੁਸੀਂ ਜਾਪਾਨੀ ਸਿੱਖਣਾ ਚਾਹੁੰਦੇ ਹੋ ਤਾਂ ਥੱਲੇ ਕਮੈਂਟ ਕਰੋ। ਮੈਂ ਤੁਹਾਨੂੰ ਪਹਿਲੇ ਵੀ ਇੱਕ ਵੀਡੀਓ ਬਣਾਈ ਸੀ ਕਿ ਇੱਕ ਸਕੂਲ ਹੈ ਜਿਹਦੇ ਨਾਲ ਮੈਂ ਮਿਲ ਕੇ ਥੋੜ੍ਹਾ ਕੰਮ ਕਰਨਾ ਵਾ। ਓਕੇ ਜੀ ਅਸੀਂ ਬਸ ਪਹੁੰਚਣ ਵਾਲੇ ਹਾਂ ਆਪਣੇ ਰੈਸਟੋਰੈਂਟ 'ਤੇ ਜਿੱਥੋਂ ਆਰਡਰ ਚੁੱਕਣਾ। ਕਿਹੜਾ ਰੈਸਟੋਰੈਂਟ ਹੈ ਭਲਾ ਹੈ ਇਹ? ਓ ਵਾਓ, ਇਹ ਤਾਂ KFC ਹੈ। ਲੋ ਜੀ ਆ ਗਿਆ ਆਪਣਾ KFC। ਉਹ ਵਾਹ ਬੁਲੇਟ ਟ੍ਰੇਨ ਵੇਖ ਰਹੇ ਉੱਤੇ ਗੁਜ਼ਰ ਰਹੀ ਹੈ। ਉਹ ਜੈਪਨੀਜ਼ ਬੁਲੇਟ ਟ੍ਰੇਨ ਉਹ ਜਾ ਰਹੀ ਹੈ। ਉਹ ਲੈ ਇੱਕ ਆ ਰਹੀ ਜੇ, ਇੱਕ ਜਾ ਰਹੀ ਹੈ ਅਤੇ ਇੱਕ ਆ ਰਹੀ ਹੈ। ਉਹ ਕਿੰਨੀ ਵੱਡੀ ਹੈ ਯਾਰ, ਕਿੰਨੀ ਲੰਬੀ ਹੈ। ਉਹ ਜਾ ਰਹੀ ਔਰ ਵੇਖੋ ਕਿੰਨੇ ਸਕੂਨ ਨਾਲ ਜਾ ਰਹੀ। ਤਾਂ ਕੋਈ ਸ਼ੋਰ ਨਹੀਂ, ਕੋਈ ਇਹਦੀ ਆਵਾਜ਼ ਨਹੀਂ। ਜਦੋਂ ਪਬਲਿਕ ਏਰੀਆਜ਼ ਦੇ ਵਿੱਚੋਂ ਨਿਕਲਦੀਆਂ ਨੇ ਤਾਂ ਬੜੀਆਂ ਧੀਮੀ ਰਫ਼ਤਾਰ ਨਾਲ ਔਰ ਖਾਮੋਸ਼ੀ ਦੇ ਨਾਲ। ਅੱਛਾ ਹੁਣ ਇਸ ਰੈਸਟੋਰੈਂਟ ਦੇ ਵਿੱਚ ਆਰਡਰ ਕਿੰਝ ਚੁੱਕਣਾ ਉਹ ਤੁਹਾਨੂੰ ਦੱਸਣਾ। ਸਿਰਫ ਅੰਦਰ ਜਾਣਾ, ਅੰਦਰ ਜਾ ਕੇ ਸਵਾਈਪ ਟੂ ਅਰਾਈਵ D-ROKU ਇਹ ਸਿਰਫ ਡਿਲੀਵਰੀ ਵਾਲਿਆਂ ਵਾਸਤੇ ਵੇਖ ਲਓ ਲਹਿਦਾ ਖਾਨਾ ਬਣਾਇਆ ਇਹਨਾਂ ਨੇ ਸਿਰਫ ਡਿਲੀਵਰੀ ਵਾਲਿਆਂ ਵਾਸਤੇ। ਇਹਦੇ 'ਚ ਅਸੀਂ ਅੰਦਰ ਜਾਵਾਂਗੇ। ਇੰਝ ਕੈਸਾ ਪ੍ਰੋਟੋਕੋਲ ਹੈ। ਇਹ ਨੰਬਰ ਹੈ, ਇਹ ਨੰਬਰ ਮੈਂ ਇੱਥੇ ਡਾਇਲ ਕਰਾਂਗਾ। ਊਬਰ ਈਟਸ ਦੇ ਮਾਈਕਾਮ ਸਾਰੀਆਂ ਡਿਲੀਵਰੀਆਂ ਇੱਥੇ ਮੌਜੂਦ ਨੇ। ਹੁਣ ਮੈਂ ਨੰਬਰ ਡਾਇਲ ਕਰਾਂਗਾ D-ROKU D-ROKU। ਇਹ ਕਿਆ ਬਾਤ ਹੈ। ਇੰਝ ਕਰਕੇ ਖੁੱਲ੍ਹਦਾ ਵੀ ਹੈ ਡਿਜ਼ਾਇਨ ਨਾਲ ਪੂਰੇ। ਇਹ ਖੁੱਲ੍ਹ ਗਿਆ। ਇਹ ਮੇਰਾ ਆਰਡਰ ਹੈ। ਇਹ ਸ਼ਸ਼ਕੇ ਲਾਈਟਾਂ। ਇਹ ਜਨਾਬ ਅਸੀਂ ਆਰਡਰ ਚੁੱਕਿਆ। ਹੁਣ ਉਹਨੇ ਕਹਿ ਰਿਹਾ ਕਿ ਹੁਣ ਤੁਸੀਂ ਆਰਡਰ ਚੁੱਕ ਲਿਆ ਅਤੇ ਮਿਹਰਬਾਨੀ ਕਰੋ ਇਹਨੂੰ ਬੰਦ ਵੀ ਕਰ ਦਿਓ। ਇੱਕ ਨੰਬਰ ਦੇ ਵਿੱਚ ਤੁਸੀਂ ਆਰਡਰ ਚੁੱਕਣਾ। ਇਹ ਟਿਕ ਕੀਤਾ, ਬੰਦ ਹੋ ਗਿਆ। ਚਲੋ ਜੀ ਡਨ ਹੋ ਗਿਆ। ਇਹ ਆ ਗਿਆ ਸਾਡਾ ਆਰਡਰ ਪੈ ਕੇ ਪਹਿਲੇ ਹੀ। ਦਰਵਾਜ਼ਾ ਖੋਲ੍ਹਿਆ ਸੀ ਅਤੇ ਐਂ ਸੀ ਬਾਹਰ।
ਇਹ ਚੈੱਕ ਕਰੋ ਕਿਸੇ ਨੇ ਆਪਣੀ ਗੱਡੀ ਦੇ ਉੱਤੇ ਕਿੰਨੇ ਪਿਆਰੇ ਭਾਲੂ ਸਜਾਏ ਨੇ। ਅਕਸਰ ਜਾਪਾਨੀਆਂ ਨੂੰ ਬੜਾ ਸ਼ੌਕ ਹੁੰਦਾ, ਬਾਬਿਆਂ ਨੂੰ, ਮਾਈਆਂ ਨੂੰ, ਕੋਈ ਵੀ ਕਿਸੇ ਵੀ ਏਜ ਦਾ ਬੰਦਾ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਰੱਖਣ ਦਾ ਸ਼ੌਕ ਹੁੰਦਾ, ਆਪਣੀ ਗੱਡੀ ਦੇ ਵਿੱਚ ਸਜਾ ਕੇ ਰੱਖਣ ਦਾ। ਬਹਰਲ ਬਾਈਕ ਆਪਣੀ ਇੱਥੇ ਹੀ ਔਨ ਛੱਡੀ ਹੈ, ਇਹਨੂੰ ਮੈਂ ਔਨ ਕਹਿ ਲੈਣਾ। ਇਹ ਮੈਂ ਕਹਿ ਦਿੰਦਾ ਕਿ ਓਕੇ ਹੋ ਗਿਆ ਆਰਡਰ ਨਾ, ਪਿਕਅਪ ਕੰਪਲੀਟ ਹੋ ਗਿਆ। ਹੁਣ 3 ਓਕੇ, ਅਗਲੀ ਲੋਕੇਸ਼ਨ ਲਾ ਦਈਏ ਕਸਟਮਰ ਦੀ। ਇਹ ਤਾਂ ਬਿਲਕੁਲ ਆਈ ਥਿੰਕ ਇੰਨੀ ਦੂਰ ਨਹੀਂ ਹੈ। ਅੱਛਾ ਜੀ, ਇਹ ਆਰਡਰ ਹੈ, ਇਹਨੂੰ ਅਸੀਂ ਬੈਗ ਦੇ ਵਿੱਚ ਰੱਖਿਆ। ਓਕੇ, ਹਾਲ ਤੇ ਹੈ ਸਹੀ ਜਗ੍ਹਾ 'ਤੇ ਜਾ ਰਹੇ ਹਾਂ। ਲੈਟਸ ਗੋ। ਅੱਛਾ ਜੀ, ਇੱਧਰ ਹੁਣ ਸੱਜੇ ਖੱਬੇ ਵੇਖ ਕੇ ਅਸੀਂ ਮੁੜਨਾ ਸੱਜੇ। ਬਿਸਮਿल्लाह, ਚਲੋ ਜੀ, ਸੜਕੇ ਪੈ ਗਏ। ਬਿਸਮਿल्लाह। ਇਹ ਵੇਖ ਰਹੇ ਹੋ, ਸਾਰੀਆਂ ਗੱਡੀਆਂ ਦੀਆਂ ਵਰਕਸ਼ਾਪ ਨੇ ਤੇ ਗੱਡੀਆਂ ਠੀਕ ਹੁੰਦੀਆਂ ਨੇ। ਦੁਪਹਿਰ ਦੇ ਵੱਜ ਗਏ ਨੇ 3। ਮੈਂ ਨਿਕਲਾਂ ਸੁਬਾਹ 11 ਵਜੇ। 12 1 2 3 ਹਲੇ ਹੋਏ ਨੇ 4 ਘੰਟੇ। 4 ਘੰਟਿਆਂ ਦੇ ਵਿੱਚ ਮੈਂ ਰੁਪਈਆ ਫੜਿਆ 4000, ਔਰ ਇਹਨਾਂ 4 ਘੰਟਿਆਂ 'ਚ ਮੈਂ ਕੰਮ ਕੀਤਾ ਸਿਰਫ 2 ਘੰਟੇ। ਬਾਕੀ ਜਿਹੜੇ 2 ਘੰਟੇ ਨੇ ਉਦੋਂ ਮੇਰੀ ਐਪ ਔਨਲਾਈਨ 'ਤੇ ਰਹੀ ਹੈ, ਲੇਕਿਨ ਮੈਨੂੰ ਆਰਡਰ ਕੋਈ ਨਹੀਂ ਆਇਆ। ਅਤੇ ਫਿਰ ਜਦੋਂ ਆਰਡਰ ਨਹੀਂ ਆਉਂਦਾ ਉਦੋਂ ਮੈਂ ਇਸੇ ਤਰ੍ਹਾਂ ਹੀ ਕਿਸੇ ਵੀ ਅੱਛੀ ਜਿਹੀ ਜਗ੍ਹਾ 'ਤੇ, ਕੋਈ ਵੀ ਅੱਛੀ ਜਿਹੀ ਜਗ੍ਹਾ ਵੇਖ ਕੇ ਅਤੇ ਉੱਥੇ ਖੜ੍ਹਾ ਹੋ ਜਾਂਦਾ। ਅਤੇ ਉਦੋਂ ਮੈਂ ਫਿਰ ਆਪਣੀ ਕੋਈ ਵੀਡੀਓਜ਼ ਦੇ ਉੱਤੇ ਆਉਣ ਵਾਲੇ ਕਮੈਂਟਸ ਪੜ੍ਹ ਲੈਣਾ, ਕੋਈ ਮੈਸੇਜਿਸ ਅਗਰ ਨਜ਼ਰ 'ਚ ਆਉਂਦੇ ਨੇ ਜਿਹਦਾ ਮੈਂ ਜਵਾਬ ਦੇ ਸਕਣਾ ਵਾ, ਕੋਈ ਸਮਝ 'ਚ ਆਉਂਦਾ ਉਹਨਾਂ ਨੂੰ ਜਵਾਬ ਦੇ ਦਿੰਦਾ, ਜਾਂ ਕੋਈ ਵੀਡੀਓ ਜਿਹੜੀ ਬਣਾਈ ਹੁੰਦੀ ਐਡੀਟਿੰਗ ਦਾ ਥੋੜ੍ਹਾ ਜਿਹਾ ਉਹਨੂੰ ਕਰ ਲੈਣਾ। ਹੁਣ ਮੈਂ ਇੱਕ ਵੀਡੀਓ ਜਿਹੜੀ ਅਗਰ ਬਣਾਉਣਾ ਵਾ ਉਹ ਮੈਂ ਫੌਰੀ ਤੌਰ 'ਤੇ ਨਹੀਂ ਐਡਿਟ ਕਰਦਾ, ਜਿਸ ਤਰ੍ਹਾਂ ਮੈਨੂੰ ਟਾਈਮ ਮਿਲਦਾ ਉਹ ਕੈਪਕਟ ਦੇ ਅੰਦਰ ਥੋੜ੍ਹੀ ਐਡੀਟਿੰਗ ਮੈਂ ਕਰਦਾ ਰਹਿਣਾ, ਮੀਨਾਕਾਰੀਆਂ। ਫਿਰ ਉਹ ਜਦੋਂ ਕੰਪਲੀਟ ਹੋ ਜਾਂਦੀ ਹੈ ਐਡੀਟਿੰਗ, ਫਿਰ ਉਹਨੂੰ ਸ਼ਾਮ ਨੂੰ ਜਾ ਕੇ ਮੋਬਾਈਲ 'ਚ ਡਾਊਨਲੋਡ ਕਰਕੇ ਅਤੇ ਫਿਰ ਉਹਨੂੰ ਅਪਲੋਡ ਕਰਨਾ ਵਾ। ਇਹ ਫੈਕਟਰੀਆਂ ਨੇ ਬਾਸ ਕਰ, ਇੱਧਰੋਂ ਵੀ ਵਰਕਰ ਵੀ ਆਰਡਰ ਕਰਦੇ ਨੇ। ਮੈਨੂੰ ਲੱਗਦਾ ਇੱਥੇ ਹੀ ਕਿਸੇ ਵਰਕਰ ਨੇ ਹੀ ਆਰਡਰ ਕੀਤਾ ਕਿਸੇ ਫੈਕਟਰੀ ਦੇ ਵਿੱਚੋਂ। ਵੇਖਦੇ ਹਾਂ, ਆਈ ਥਿੰਕ ਕਿ ਕਿਸੇ ਫੈਕਟਰੀ ਦੇ ਵਿੱਚੋਂ ਹੀ ਆਇਆ ਆਰਡਰ। ਨਹੀਂ, ਫੈਕਟਰੀ 'ਚੋਂ ਨਹੀਂ ਆਰਡਰ ਆਇਆ, ਕਿਸੇ ਘਰ 'ਚੋਂ ਆਰਡਰ ਆਇਆ। ਓਕੇ, ਇਹ ਕਿਸੇ ਘਰ ਤੋਂ ਹੀ ਆਰਡਰ ਆਇਆ। 1974 ਮਾਈਨਸ ਦਾ ਬਟਨ ਨਾਪ ਦੇਣਾ। ਹੁਣ ਜਿੰਨੇ ਮੈਨੂੰ ਪੈਸੇ ਦੇਗਾ ਨਾ, ਮੈਂ ਫਟਾਫਟ ਇੱਥੇ ਲਿਖ ਕੇ ਅਤੇ ਜਿੰਨੇ ਪੈਸੇ ਉਹਨੂੰ ਬਕਾਇਆ ਦੇਣੇ ਨੇ ਮੈਨੂੰ ਫੌਰਨ ਪਤਾ ਲੱਗ ਜਾਣਗੇ, ਟਾਈਮ ਵੀ ਨਹੀਂ ਜ਼ਾਇਆ ਹੋਏਗਾ। ਲੋ ਜੀ, ਇੱਥੇ ਦੇਣਾ ਅਸੀਂ ਆਰਡਰ। ਇਹ ਮੇਰੇ ਪੈਸੇ ਨੇ। ਮਸੇ ਦਿਮਾਈਕਾਂਦੇਸ ਨਿਗਾਸ਼ਿਮਾਸ। ਕਸਟਮਰ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਕਿ ਉਹ ਨਰਮ ਦਿਲ ਹੈ ਕਿ ਸਖਤ ਦਿਲ ਹੈ। ਇਹ ਕੋਈ ਬੀਬੀ ਹੈ ਔਰ ਬਹੁਤ ਅੱਛੀ ਹੈ, ਬੜੇ ਪਿਆਰ ਨਾਲ ਉਹਨੇ ਆਵਾਜ਼ ਦਿੱਤੀ, ਹਾਈ ਹੈਲੋ। ਹੁਣ ਮੈਨੂੰ ਕੈਮਰੇ ਨੂੰ ਜੇਬ 'ਚ ਪਾ ਲੈਣਾ, ਤੁਸੀਂ ਸਿਰਫ ਆਵਾਜ਼ ਸੁਣੋਗੇ। 1974円です。ぴったりですか2074円。लो दोस्तों, आर्डर कंप्लीट हो गया। ये चेक करो। लो जी, अगला आर्डर आ गया। अगला आर्डर भी चुक लिया। इनू दोबारा अपनी हैलमेट ते ला दें, इनू हैंड अपना कैमरे नू ते चलने अगले आर्डर वाल। है बड़ी अच्छा यानी कि एक अपार्टमेंट है। बीबियां जड़ियां ना, जड़ियां बीबियां कस्टमर होंदियां ना, औरतां जिन्नियां भी कस्टमर ने ना, औरतां वो बहुत अच्छा बिहेव करदियां ने, अच्छे तरीके नाल पेश आंदियां ने। बंदे जड़े ने वो थोड़े जे खुशक होंदे ने, ज़रा सीरियस शक्लां वाले। अच्छा जी, पहले जेह्ड़े हुण मैं पैसे ले ने वो हुण उस औरत ने पता की मेरी मदद की है। मेरे को औरत ने इंदा हिसाब इंज बना के दिता है कि एक्सट्रा पैसे दिते ने ताकि प्लस माइनस करके ना मैनू इक्को सिक्का उन्होंने वापस करना पवे 100 रुपये का ना। इस तरह मैनू भी आसानी होएगी और ਉਹਦੇ ਕੋਲ भी सिक्कियां ਦਾ बर्डन घट होएगा, यानी कि ਉਹਦੇ ਕੋਲ भी सिक्के ਜਿਹੜੇ जमा होए ने वो भी मेरे हल आ जाएंगे।
चलो जी अगले आर्डर ते चलिए, बिस्मिल्लाह स्टार्ट करिए। साइकिल जिथे भी आनी है कोई ज़रूरत नहीं उहदे नाल एक्शन मार के लंघन दी, हमेशा स्लो करके ध्यान नाल सबर दे नाल। माइयां ने ये चलदियां फिरदियां चलदी फिरदी मौत है। इन्हां दे कोलों स्पीड दे नाल भी लंघ जो तो डर जांदियां ने, इस वजह तो इन्हां कोलों बचना है। इसे वजह तो इन्हां एरिया दे विच बाइक दे उत्ते काम करना ज़्यादा आसान है। वेखो हुण मैं अगे आ गया वां, ये तो हुण इशारा खुलेगा तो सब तो अगे पहले मैं निकल जाऊँगा, लेकिन गड्डी वाला उन्होंने पिछे ही लाइन दे विच खड़ा होना पेगा। अक्सर लोग कहते ना कि तू कार ते क्यों नहीं फूड डिलीवरीज करदा, यही वजह। बाइक दे उत्ते मज़ा आंदा है, जल्दी जल्दी काम ही हो जाता है। कार दे उत्ते ज़्यादा सुकून है, लेकिन एक ट्रैफिक दे विच फस के बंदा दिमागी मरीज़ बन जाता है। वो तो डिलीवरी लेट हो जाती, कस्टमर अलग नाराज़ होएगा। उस तो बाद अगर तुम सारियां ही डिलीवरीज लेट करोगे तो तुम पैसे भी घट कमाओगे, ज़्यादा डिलीवरीज नहीं कर पाओगे। इस वजह तो बाइक इज़ बेस्ट। देखो ना साइड तो आराम नाल निकल गया, वो सारी ट्रैफिक ब्लॉक है। हुण सारा खुले है लेकिन अगे जान की जगह ही नहीं, सारियां गड्डियां खलोतियां ने। लेकिन मैं जड़ा कि आराम नाल निकल जाऊँगा। अगे फाटक बंद है ना ट्रेन का, ट्रेन गुजरेगी तो फिर फाटक खुलेगा। मेरे तो अगे भी देखो 3 के 4 बाइक्स वाले पहले खड़े ने अगे ला के ना, लेकिन इन्होंने गलत खिलारी है। यानी कि खिलारो इस तरह ही लाइन के शामिल हो के ना, या गड्डी के बिल्कुल अगे या किसी गड्डी के पिछे साइड ते खड़े होने वाला काम जो ना थोड़ा जा डेंजरस भी है और इखलाकियात दे विच भी नहीं आता, अच्छी इखलाकियात च नहीं आता। उन्हें ट्रेन की पटरी के उत्ते भी यह ही है, इत्थे तुसी एक दफ़ा डैड ब्रेक लानी है, जिन्ना मर्जी पिछे रश है। पिछली गड्डी का मैनू कोई नहीं परवाह है, इत्थे मैं ब्रेक लाई, सज्जे खब्बे वेख्या, फिर टुरना है। क्योंकि पुलिस ने वेख लिया तो उन्हें तुहानू ये नहीं तुहाडी गलती मननी, तुहाडी एक्सक्यूज़ मननी कि पिछे तो बड़ा रश लग्या सी। उन्हें कहना ट्रेन आ गई तो तू थल्ले तो तू आना सी ना, तू क्यों नहीं अपनी सेफ्टी वेखी। अपने रेस्टोरेंट पे आ गए हैं, हुण इत्थों आर्डर चुकना है। इत्थे लाई अपना आराम नाल साइड ते बाइक, ओके। D080M this以上ですか。はい、ありがとうございます。चलो जी आर्डर लग गया, क्या तो दामस ठीक हो गया। आर्डर नू कर लिया रिसीव, पिकअप हो गया। चलो जी हम चले हैं, रवानगी हो गई है आर्डर की। सड़क क्रॉस करने लगे, ध्यान नाल वेखना कोई साइकिल वाला तो नहीं आ रहा। साइकिल तो बचना, बस साइकिल का वसा नहीं खाना। लो जी चेक करो नज़ारे, सुनसान गलियाँ, फिर कहोगे सुनसान गलियाँ, वो सड़क ते ट्रैफिक चल जो रही है पिछे। यह गली महल है, इतने इंज ही लोग रहते हैं। अच्छा जिन्होंने लगता है ना कि यह गलियाँ सुनसान ने, बिल्कुल रौनक नहीं है, वो एक इस तरह काम करन कि जेडे तुहाडे एरिए च सब तो ज़्यादा यानी कि पोश एरिया है ना, अमीर लोगों का एरिया है, डिफेंस हो गया, बहरिया टाउन हो गया, उन्होंने भी टॉप एरियाज़, कभी उत्थे जाके वेखना। उत्थे भी तुहानू इस तरह की नहीं ना तो इहदे नाल रलदी मिलदी खामोशी लाजमी नज़र आएगी। बच्चे नज़र आएंगे लेकिन तुहानू पार्कों दे विच नज़र आएंगे, इस तरह सड़कों ते घूमते हुए नज़र नहीं आएंगे। फजूल लोग खड़ियां ते बैठे नज़र नहीं आएंगे, बस यह फ़र्क है। लो जी है पुलिस रात है, इनू मैं पुलिस रात कहना। इन्नी जगह कि सिर्फ ना एक गड्डी गुजर सकती है इत्थों। जिहड़ा बंदा पहली बारी इत्थों लंघदा ना, उन्होंने शीशे बंद करने पैंदे ने, साइड मिरर। ए हुण वॉक्स ही गुजर रही है मेरे अगे ना, ए बंदा अक्सर इत्थों लंघदा रहिंदा, इस वजह तो इनू स्पीड ना लंघ रहनी। तो बाद कई बंदे बहुत ज़्यादा डर जाते हैं, की करिए हुण फस जाते हैं। हुण पहले असी निकलना है, फिर यह जी ट्रैफिक खलोती, फिर इन्हां दा इशारा खुलेगा, फिर ये दोबारा निकल के परले पासे जाएंगे।
ਵੌਕਸੀ। ਇਹ ਵੌਕਸੀ ਵੀ ਪਾਕਿਸਤਾਨ 'ਚ ਬਹੁਤ ਜ਼ਿਆਦਾ ਗਈ ਹੈ, ਹੁਣ ਜਾਂਦੀ ਹੈ ਕਿ ਨਹੀਂ ਇਹਦਾ ਨਹੀਂ ਪਤਾ। ਨਵਾਂ ਮਾਡਲ ਹੈ ਵੌਕਸੀ ਦਾ। ਨਿਕਲ ਜਾਵਾਂ। ਆਰਡਰ ਕੰਪਲੀਟ ਹੋ ਗਿਆ। 4500 ਪੜਿਆ ਅੱਜ, ਹਜੇ ਤੱਕ। ਅੱਜ ਜ਼ਰਾ ਐਵਰੇਜ ਘੱਟ ਹੈ ਮੇਰੀ। ਅੱਜ ਮੈਂ ਜ਼ਰਾ ਆਰਾਮ ਨਾਲ ਕੰਮ ਕੀਤਾ, ਲੋ ਫੇਸ। ਲੋ ਜੀ, ਨੈਕਸਟ ਆਰਡਰ ਵੀ ਆ ਗਿਆ ਹमें। ਤਾਂ ਅਜੇ ਹੋਰ ਕੋਈ 2 ਘੰਟੇ ਕੰਮ ਕਰਾਂਗਾ ਸ਼ਾਮ ਤੱਕ ਨਾ, ਤੇ ਅਗਰ ਤੇ ਅੱਛੀ ਦਿਹਾੜ ਬਣ ਗਈ ਤੇ ਠੀਕ ਹੈ। ਸ਼ਾਮ ਨੂੰ ਨਹੀਂ ਨਿਕਲਾਂਗੇ, ਰਾਤ ਨੂੰ। ਬਲਕਿ ਨਹੀਂ, ਰਾਤ ਨੂੰ ਤਾਂ ਮੈਂ ਜਾਣਾ, ਭੁੱਲ ਗਿਆ ਫਿਰ ਮੈਂ ਇੰਨਾ ਕੁ ਭੁੱਲ ਜਾਂਦਾ ਚੀਜ਼ਾਂ ਨੂੰ ਕਿ ਮੈਨੂੰ ਅਲਾਰਮ ਲਾਉਣਾ ਪੈਂਦਾ। ਅਲਾਰਮ ਲਾਇਆ ਹੋਇਆ ਮੈਂ 5 ਵਜੇ ਦਾ। 5 ਵਜੇ ਮੈਂ ਉਸ ਜਾਪਾਨੀ ਦੋਸਤ ਨੂੰ ਫ਼ੋਨ ਕਰਾਂਗਾ। ਬੋਲ ਕੇ ਮੇਰੇ ਹੋਂਠ ਬਹੁਤ ਖੁਸ਼ਕ ਹੋ ਗਏ ਨੇ। 5 ਵਜੇ ਆਪਣੇ ਉਸ ਜਾਪਾਨੀ ਦੋਸਤ ਨੂੰ ਫ਼ੋਨ ਕਰਾਂਗਾ ਕਿ ਚਲੀਏ ਰੋਟੀ ਖਾਣ ਨਾ। ਉਹਨੂੰ ਮੈਂ ਪਾਕਿਸਤਾਨੀ ਰੈਸਟੋਰੈਂਟ 'ਤੇ ਲੈ ਕੇ ਜਾਣਾ। ਅਵਤਾਰ ਤੇ ਮੈਂ ਕਰਾਂਗਾ, ਲੇਕਿਨ ਉਹਨੂੰ ਤਾਂ ਰੋਟੀ ਖਵਾਵਾਂਗਾ ਨਾ, ਜ਼ਰਾ ਟੇਸਟ ਪਾਕਿਸਤਾਨੀ ਖਾਣੇ ਦਾ ਕਿਸ ਤਰ੍ਹਾਂ ਦਾ ਹੁੰਦਾ। ਤੇ ਦੋਸਤੋ, ਦੱਸਣਾ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ। ਬਾਕੀ ਮੈਂ ਇਸ ਤੋਂ ਨੈਕਸਟ ਵੀਡੀਓ ਅਪਲੋਡ ਕਰਾਂਗਾ ਆਪਣੇ ਜਾਪਾਨੀ ਦੋਸਤ ਦੇ ਨਾਲ, ਜਿਹੜਾ ਮੈਂ ਖਾਣਾ ਖਾਣ ਗਿਆ। ਉਹਨੂੰ ਜਾਪਾਨੀ ਦੋਸਤ ਨੂੰ ਖਾਣਾ ਖਵਾਇਆ, ਉਹਨੂੰ ਕੈਸਾ ਲੱਗਾ, ਉਹਦਾ ਰਿਐਕਸ਼ਨ ਰਿਕਾਰਡ ਕਰਾਂਗੇ। ਵਲੌਗਰ ਹੁੰਦੇ ਨੇ ਉਹ ਅਕਸਰ ਆਪਣਾ ਜੁਮਲਾ ਪੂਰਾ ਉਹਨਾਂ ਨੇ ਬਣਾਇਆ ਹੁੰਦਾ ਨਾ, अस्सलाम वालेकुम, मैं हूँ आपका दोस्त, आपका होस्ट ਫਲਾਣਾ ਢਿਮਕਣਾ, ਜਾਂ ਕਈ ਕਹਿੰਦੇ ਨੇ। ਇੱਕ ਮੈਨੂੰ ਉਹ ਬਹੁਤ ਭਾਈ ਪਿਆਰੇ ਲੱਗਦੇ ਨੇ, ਯਾਹੀਆ ਖਾਨ ਨੇ ਨਾ, ਪਠਾਨ ਭਾਈ ਨੇ। ਅਤੇ ਉਹਨਾਂ ਦਾ ਸਟਾਈਲ ਹੈ कि आवारा गर्दों की दुनिया में हम आपको कहते हैं खुश आमदीद, मैं हूँ आपका दोस्त याहिया खान। बल्कि लफ्ज़ तो थले हो गए ने, लेकिन वो बहुत प्यारा स्टाइल है उन्होंने। मैनू लगता है मैनू भी कोई ऐसा एक स्टाइल बनाना पैना। ओके, फिलहाल अल्लाह हाफिज़।